ਰਮਨ ਜੀ, ਹਰਜੋਤ ਜੀ ਆਪਣੇ ਨਾਲ ਜੁੜ ਚੁੱਕੇ ਨੇ ਜਗਰੂਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜਗਰੂਪ ਜੀ। ਮੇਰਾ ਜੀ ਦੋ ਸਵਾਲ ਨੇ। ਇੱਕ ਤਾਂ ਪਹਿਲਾ ਸਵਾਲ ਇਹ ਆ ਵੀ ਜਿਹੜਾ ਆਪ ਜੀ ਨੇ ਦੱਸ ਰਿਹਾ ਵੀ ਬਾਹਰੋਂ ਜਿਹੜੀਆਂ ਕਾਲਸ ਨੇ ਜਾਂ ਬਾਹਰੋਂ ELD ਐਡਿਟ ਹੋ ਰਹੀਆਂ ਨੇ ਉਹਨਾਂ ਦੇ ਤਾਂ ਬਹੁਤ ਪਾਬੰਦੀਆਂ ਲਾ ਰਹੀਆਂ। ਐਮਾਜੋਨ ਤੇ ਕੋਈ ਪਾਬੰਦੀ ਨਹੀਂ ਲੱਗੂ? ਇਹਦੀ ਟੋਟਲ ਕਾਲਸ ਸਾਰੀ ਬਾਹਰੋਂ ਆਉਂਦੀ ਆ। ਐਮਾਜੋਨ ਦੀ ਜਿੰਨੀ ਵੀ ਇਹਨਾਂ ਦੀ ਸਰਵਿਸ ਹੈਗੀ ਆ ਉਹ ਸਾਰੀ ਇਹਨਾਂ ਨੇ ਬਾਹਰਲੇ ਕੰਟਰੀਆਂ 'ਚ ਭੇਜਦੀ ਆ। ਕੀ ਇਹ ਉਹ ਦਾਇਰੇ 'ਚ ਨਹੀਂ ਆਉਂਦੇ? ਇੱਕ ਸਵਾਲ ਤਾਂ ਇਹ ਆ, ਕੀ ਲੱਗਦਾ ਇਹਦੇ ਬਾਰੇ? ਹਾਂਜੀ ਭਾਜੀ, ਇਹ ਜਿਹੜਾ ਪਹਿਲਾ ਤੁਹਾਡਾ ਸਵਾਲ ਹੈਗਾ ਕਿ ਐਮਾਜ਼ੋਨ ਦੀ ਕਸਟਮਰ ਸਰਵਿਸ ਤਾਂ ਮਾਸਟਰ ਕਾਰਡ, ਵੀਜ਼ਾ, ਹਰ ਇੱਕ ਕੰਪਨੀ, ਹਰ ਇੱਕ ਬੈਂਕ, ਹਰ ਇੱਕ ਚੀਜ਼ ਦੀ ਕਸਟਮਰ ਸਰਵਿਸ ਤਾਂ ਆਊਟ ਆਫ ਕੰਟਰੀ ਹੈਗੀ ਆ। ਆਪਾਂ ਇੱਥੇ ਡਿਵਾਈਸ ਮੈਨੀਪੂਲੇਸ਼ਨ ਦੀ ਗੱਲ ਕਰ ਰਹੇ ਹਾਂ ਕਿ ELD ਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਬਾਹਰ ਬੈਠ ਕੇ। ਦੈਟਸ ਅ ਟੋਟਲੀ ਡਿਫਰੈਂਟ ਸਬਜੈਕਟ ਹੈਗਾ। ਜਿਹੜਾ ਆਊਟ ਆਫ ਕੰਟਰੀ ਜਿਹੜੀਆਂ ਜੋਬਸ ਹੈਗੀਆਂ, ਜਿਹੜੀਆਂ ਕਾਲ ਸੈਂਟਰ ਦੀਆਂ ਜੋਬਸ ਹੈਗੀਆਂ, ਟੈਕ ਜੋਬਸ ਹੈਗੀਆਂ ਜਾਂ ਹੋਰ ਜੋਬਸ ਹੈਗੀਆਂ, ਉਹ ਡਿਫਰੈਂਟ ਮੁੱਦਾ ਹੈਗਾ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ELD ਮੈਨੀਪੂਲੇਸ਼ਨ ਜਿਹੜੀ ਹੈ ਟਰਕਿੰਗ ਨਾਲ ਰਿਲੇਟਡ ਹੀ ਕਹਿ ਰਹੇ। ਜਿਹੜੇ ਟਰਕਿੰਗ ਦੀ ਜਿਹੜੀ ਹੈਗੀ ਹੈ ਨਾ ਉਹਨਾਂ ਦੀ ਡਿਸਪੈਚ ਸਰਵਿਸ ਜਾਂ ਜਿੰਨੀ ਵੀ ਹੈਗੀ ਉਹਦੀ ਗੱਲ ਕਰ ਰਿਹਾ ਸੀਗਾ ਜੀ। ਉਹ ਬਾਹਰੋਂ ਹੀ ਹੋ ਰਹੀ ਹੈ ਨਾ ਡਿਸਪੈਚ, ਜਿੰਨੀ ਉਹਨਾਂ ਦਾ ਹੈਗੀ ਆ। ਮੈਂ ਬਿਲਕੁਲ ਮੰਨ ਗਿਆ ਤੁਹਾਡੀ ਗੱਲ, ਕਿਉਂਕਿ ਜਿੰਨੀ ਆਪਾਂ ਉਹਨਾਂ ਦੀ ਆਪਣਾ ਐਪ ਤੇ ਕੋਈ ਇਸ਼ੂ ਆਉਂਦਾ, ਜਿੰਨੀ ਵੀ ਕਾਲਸ ਆਪਾਂ IRS ਖਨੀ ਕਹਿੰਦੇ ਆ ਉਹ ਕੀ ਉਹਨਾਂ ਨੂੰ ਕਾਲ ਲਾਉਂਦੇ ਆ ਨਾ, ਉਹ ਸਾਰੀ ਉਹ ਇੰਡੀਆ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਆਉਂਦੀ ਹੈ ਜੀ। ਬਿਲਕੁਲ ਇਸ ਵੇਲੇ ਮੋਸਟਲੀ ਜਿੰਨੀਆਂ ਕੰਪਨੀਆਂ ਹੈਗੀਆਂ ਸਾਰਿਆਂ ਦਾ ਕਾਲ ਸੈਂਟਰ ਜਿਹੜੇ ਆ ਉਹ ਆਊਟ ਆਫ ਕੰਟਰੀ ਹੈਗੇ ਆ। ਸਾਰਿਆਂ ਦੀਆਂ ਟੈਕ ਸਪੋਰਟ ਆਊਟ ਆਫ ਕੰਟਰੀ ਹੈਗੀਆਂ। ਮੇਰੇ ਖਿਆਲ ਬੈਂਕਸ ਤੋਂ ਲੈ ਕੇ ਤੁਸੀਂ ਕੋਈ ਵੀ ਅੱਜ ਦੀ ਤਰੀਕ ਦੇ ਵਿੱਚ ਲੈ ਲਓ, ਹਰ ਬੰਦੇ ਦਾ ਜਿਹੜਾ, ਹਰ ਕੰਪਨੀ ਦਾ ਜਿਹੜਾ ਕਾਲ ਸੈਂਟਰ ਹੈਗਾ ਉਹ ਆਊਟ ਆਫ ਕੰਟਰੀ ਹੈਗਾ। ਫਿਰ ਤਾਂ ਇਹਦਾ ਮਤਲਬ ਫਿਰ ਸਾਰਿਆਂ ਨੂੰ ਅਲਾਉਡ ਹੀ ਆ? ਨਹੀਂ ਰਾਜਕਰਨ, ਆਪਾਂ ਦੋ ਚੀਜ਼ਾਂ ਮਿਕਸ ਕਰ ਰਹੇ ਹਾਂ। ਆਪਾਂ ਇੱਕ ਚੀਜ਼ ਜਿਹੜੀ ਹੈਗੀ ਆ ਕਾਲ ਸੈਂਟਰ ਦੀ ਜੌਬ ਜਿਹੜੀ ਆ ਉਹ ਡਿਫਰੈਂਟ ਹੈਗੀ। ਨਹੀਂ, ਜਿੱਦਾਂ ਕਹਿੰਦੇ ਵੀ ਹੁਣ ਡਿਸਪੈਚ ਵਾਲੀਆਂ ਕਾਲਾਂ ਵੀ ਬਾਹਰੋਂ ਆਉਂਦੀਆਂ, ਫਿਰ ਉਹਦੇ ਵਿੱਚ ਤੇ ਦੂਜਿਆਂ 'ਚ ਕੀ ਫਰਕ ਆ? ਨਹੀਂ, ਦੇਖੋ ਡਿਸਪੈਚ ਸਰਵਿਸਿਜ਼ ਦੀਆਂ ਕਾਲਾਂ ਬਾਹਰੋਂ ਆਉਂਦੀਆਂ, ਆਈ ਟੋਟਲੀ ਐਗਰੀ, ਠੀਕ ਹੈ ਨਾ। ਇੱਕ ਚੀਜ਼ ਹੁੰਦੀ ਆ ਕਿ ਜਿੱਥੇ ਇੱਕ ਜਿਹੜਾ ਸਿਸਟਮ ਆ ਉਹ ਕ੍ਰੀਏਟ ਕੀਤਾ ਗਿਆ ਹੈਗਾ। ਕਈ ਹੁਣ ਜਿਹੜੀਆਂ ਦੇਖੋ ਤੁਹਾਡੇ ਕੀ ਚੀਜ਼ ਹੈ ਕਿ ਜਿਹੜੀਆਂ ਐਮਾਜ਼ੋਨ ਦੀਆਂ ਕਾਲਸ ਆ ਜਾਂ ਤੁਹਾਡੇ ਕੀ ਚੀਜ਼ ਹੈ ਕਿ ਜਿਹੜੀਆਂ ਬੈਂਕ ਦੀਆਂ ਕਾਲਸ ਹੈਗੀਆਂ ਉਹ ਕਿਸੇ ਇੱਕ ਆਫਿਸ ਦੇ ਵਿੱਚ ਮੁਹਾਲੀ ਦੇ ਵਿੱਚੋਂ ਹੋ ਰਹੀਆਂ ਜਾਂ ਕਿਸੇ ਇੱਕ ਆਫਿਸ ਦੇ ਵਿੱਚ ਪਿੰਡੋਂ ਹੋ ਰਹੀਆਂ ਕਿਤੇ, ਉਹਦੇ ਵਿੱਚ ਇੱਕ ਸਿਸਟਮ ਬਣਾ ਰੱਖਿਆ। ਉੱਥੇ ਇੱਕ ਸਿਸਟਮ ਕ੍ਰੀਏਟ ਕੀਤਾ ਜਾਂਦਾ ਆ ਜਿੱਥੇ ਕਿ ਜਿਹੜੀ ਕੰਪਨੀ ਇੱਥੋਂ ਦੀ ਬਾਹਰਲੀ ਕੰਪਨੀ ਨੂੰ ਕੰਮ ਦਿੰਦੀ ਆ ਉਹਦੇ ਲਈ ਸਟ੍ਰਿਕਟ ਗਾਈਡਲਾਈਨਸ ਹੁੰਦੀਆਂ ਕਿ ਉੱਥੇ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਮੈਂ ਕਹਿਣ ਦਾ ਮਤਲਬ ਆ ਵੀ ਜੇ ਕੋਈ ਉਸ ਤਰੀਕੇ ਦੇ ਨਾਲ ਕਰ ਦੇਵੇ ਫਿਰ ਅਲਾਉਡ ਆ, ਫਿਰ ਕੋਈ ਚੱਕਰ ਨਹੀਂ। ਜੇ ਤਾਂ ਦੇਖੋ ਹੁਣ ਜਿਹੜਾ ਕਾਲ ਸੈਂਟਰ ਆ ਉਹਦੀ ਗੱਲ ਨਹੀਂ ਮੈਂ ਕਰ ਰਿਹਾ ਹੈਗਾ। ਕਾਲ ਸੈਂਟਰ ਦੀ ਡੈਫੀਨਿਟਲੀ ਰਾਜਕਰਨ ਸਿੰਘ ਜੀ ਜਿਵੇਂ ਕਹਿ ਰਹੇ ਨੇ, ਮੇਰਾ ਕਾਲ ਸੈਂਟਰ ਤਾਂ ਇੱਕ ਹੋ ਗਿਆ ਨਾ, ਜੇ ਕਿਸੇ ਨੇ ਕੋਈ ਚੀਜ਼ ਖਰੀਦੀ ਵੇਚੀ ਉਹ ਗੱਲ ਹੋਈ ਵੀ ਕੋਈ ਸਪੋਰਟ ਦੇ ਲਈ ਆਏ। ਜਿੰਨੇ ਡਰਾਈਵਰ ਨੇ ਨਾ, ਜਿੰਨੇ ਡਰਾਈਵਰ ਆ ਟਰਕਿੰਗ ਲਾਈਨ ਦੇ ਵਿੱਚ ਐਮਾਜੋਨ ਦੇ ਲੋਡ ਪੁੱਲ ਕਰਦੇ ਆ, ਜੇ ਉਹਨਾਂ ਨੂੰ ਕੋਈ ਇਸ਼ੂ ਆਉਂਦਾ ਵਾ, ਉਹਨਾਂ ਦੀ ਜਿਹੜੀ ਕਾਲ ਆਉਂਦੀ ਆ ਉਹ 95% ਜਿਹੜੀ ਕਾਲ ਆ ਉਹ ਇੰਡੀਆ ਤੋਂ ਜਾਂ ਬਾਹਰਲੇ ਕੰਟਰੀਆਂ ਤੋਂ ਆਉਂਦੀ ਹੈ। ਕਿਉਂਕਿ ਉਹਨਾਂ ਦੀ ਅੰਗਰੇਜ਼ੀ ਦੱਸਦੀ ਆ, ਉਹਨਾਂ ਦੇ ਪਿੱਛੇ ਕੁੱਤੇ, ਗਾਵਾਂ, ਕੁੱਕੜ ਸਾਰਾ ਕੁਝ ਸੁਣਦੇ ਰਹਿੰਦੇ ਆ ਸਾਨੂੰ। ਜੇ ਮੈਂ ਵੀ ਕਈ ਵਾਰ ਐਮਾਜੋਨ ਦਾ ਕਰਾਂ ਨਾ ਤਾਂ ਮੈਨੂੰ ਉਹ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਕਾਲਸ ਸਾਰੀ ਜਿੰਨੀ ਡਰਾਈਵਿੰਗ ਨਾਲ ਰਿਲੇਟਡ ਹੀ ਆ ਜੀ। ਮੇਰਾ ਉਹ ਸੀਗਾ ਕੁਐਸਚਨ। ਨਹੀਂ, ਆਈ ਟੋਟਲੀ ਐਗਰੀ। ਉਹ ਜਿਹੜਾ ਕੰਮ ਹੈ ਨਾ ਉਹ ਫਿਰ ਅਗੇਨ ਦੈਟ ਇਜ਼ ਅ ਬੈਕ ਐਂਡ ਆਫਿਸ ਵਰਕ। ਉੱਥੇ ਐਮਾਜ਼ੋਨ ਦਾ ਕੋਈ ਵੀ ਜਿਹੜਾ ਆਊਟਸਾਈਡ ਕੰਟਰੀ ਦੇ ਵਿੱਚ ਬੈਠਾ ਬੰਦਾ ਆ ਉਹ ਤੁਹਾਡੀ ELD ਨਾਲ ਜਾਂ ਤੁਹਾਡੇ ਕਿਸੇ ਡਿਵਾਈਸ ਨਾਲ ਛੇੜਖਾਨੀ ਨਹੀਂ ਕਰ ਰਿਹਾ ਹੈਗਾ। ਉਹ ਸਿਰਫ ਤੁਹਾਨੂੰ ਕਸਟਮਰ ਸਰਵਿਸ ਦੇ ਰਿਹਾ ਹੈਗਾ ਡਰਾਈਵਰ ਨੂੰ। ਸੋ ਮੈਂ ਕੋਈ ਐਮਾਜ਼ੋਨ ਦੇ ਹੱਕ 'ਚ ਨਹੀਂ ਗਾ ਜਾਂ ਉਹੋ ਜਿਹੀਆਂ ਚੀਜ਼ਾਂ ਦੇ ਵਿੱਚ ਹੱਕ 'ਚ ਨਹੀਂ ਹੈਗਾ। ਆਮ ਜਸਟ ਟਰਾਈਂਗ ਟੂ ਡਿਫਰੈਂਸ਼ੀਏਟ ਕਿ ਜਿਹੜਾ ਲਾਅ ਇਸ ਵੇਲੇ ਇੰਟਰੋਡਿਊਸ ਹੋਇਆ ਉਹਦੇ 'ਚ ਕੀ ਕਿਹਾ ਜਾ ਰਿਹਾ ਤੇ ਆਪਾਂ ਜਿਹੜੀ ਗੱਲ ਕਰ ਰਹੇ ਆਪਾਂ ਕਿਹੜੀ ਕਰ ਰਹੇ ਹੈਗੇ। ਡੈਫੀਨਿਟਲੀ ਮੈਂ ਅੰਡਰਸਟੈਂਡ ਕਰਦਾ ਕਿ ਤੁਹਾਡੀ ਗੱਲ। ਮੈਨੂੰ ਕਈ ਵਾਰੀ ਸਾਨੂੰ ਖੁਦ ਨੂੰ ਫਰਸਟ੍ਰੇਸ਼ਨ ਹੋ ਜਾਂਦੀ ਹੈ। ਇੱਥੇ ਸਾਡੇ ਜਿਹੜੀ ਲੈਬਸ ਹੈਗੀਆਂ ਜਿਹਨਾਂ ਨਾਲ ਅਸੀਂ ਕੰਮ ਕਰਦੇ ਹਾਂ, ਲੈਬਸ ਦੇ ਆਫਿਸ ਜਿਹੜੇ ਆ ਉਹ ਆਊਟ ਆਫ ਕੰਟਰੀ ਹੈਗੇ ਆ। ਲੈਬਸ ਦੀਆਂ ਜਿਹੜੀਆਂ ਕਸਟਮਰ ਸਰਵਿਸ ਹੈ ਸਾਨੂੰ ਕਈ ਵਾਰੀ ਉਹਨਾਂ ਦੀ ਫਿਲੀਪੀਨਸ 'ਚੋਂ ਕਸਟਮਰ ਸਰਵਿਸ ਆਉਂਦੀ ਹੈ। ਕਈ ਵਾਰੀ ਗੱਲ ਹੀ ਨਹੀਂ ਸਮਝ ਆਉਂਦੀ ਉਹਨਾਂ ਦੀ ਕੀ ਕਰ ਰਹੇ ਜਾਂ ਉਹ ਸਾਡੀ ਗੱਲ ਨਹੀਂ ਸਮਝਦੇ। ਸੋ ਇਹ ਸਿਚੁਏਸ਼ਨ ਸਾਰਿਆਂ ਦੇ ਨਾਲ ਹੀ ਇਹ ਜਿਹੜੀ ਕਸਟਮਰ ਸਰਵਿਸ ਦੀ ਸਿਚੁਏਸ਼ਨ ਹੈ। ਡੈਫੀਨਿਟਲੀ ਯੂ ਆਰ ਰਾਈਟ। ਦੂਜਾ ਕੁਐਸਚਨ ਦੱਸਿਓ। ਦੂਜਾ ਕੁਐਸਚਨ ਕੀ ਸੀਗਾ?
ਦੂਜਾ ਕੁਐਸਚਨ ਇਹ ਆ ਵੀ ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਆਈ ਹੈ ਜਿਹੜੇ ਤਾਂ CDL ਤੋਂ ਬਿਨਾਂ ਵੀ ਸਾਡੇ ਬੱਚੇ ਨਵੇਂ ਆਏ ਨੇ ਉਹਨਾਂ ਨੂੰ ਚਾਹੇ ਕਾਰ ਦਾ, ਕੱਲ ਮੇਰੇ ਇੱਕ ਰਿਲੇਟਿਵ ਦੇ ਮੈਂ ਕੋਲ ਸੀਗਾ ਤੇ ਉਹਨੇ ਮੈਨੂੰ ਲੈਟਰ ਦਿਖਾਈ, ਉਹਨੇ ਕਾਰ ਦਾ ਲਾਇਸੈਂਸ ਹੀ ਆ ਉਹਦੇ ਕੋਲੇ, ਤੇ ਉਹਨੂੰ ਵੀ ਮਤਲਬ ਵਰਕ ਪਰਮਿਟ ਵਾਲਿਆਂ ਨੂੰ ਲੈਟਰਾਂ ਆ ਗਈਆਂ ਕਿ ਤੁਹਾਡੇ ਕੋਲੇ 30 ਡੇਜ਼ ਦੇ ਵਿੱਚ ਤੁਸੀਂ ਰਿਪੋਰਟ ਕਰੋ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਵੈਲਿਡ ਨਹੀਂ ਹੈਗਾ ਆਫਟਰ 30 ਡੇਜ਼, ਹਨਾ। ਤੇ ਇਹਦਾ ਵੀ ਕੋਈ ਆਈ ਹੈ ਤੁਹਾਡੇ ਕੋਲ ਜੀ ਰਿਪੋਰਟ, ਵੀ ਜ਼ਿਆਦਾ ਆ ਰਹੀਆਂ ਜਾਂ ਕਿਵੇਂ ਹੈ ਜੀ? ਨਹੀਂ, ਮੇਰੇ ਕੋਲ ਅਜੇ ਕਾਰ ਲਾਇਸੈਂਸ ਦੇ ਲਈ ਕੁਝ ਨਹੀਂ ਆਇਆ ਹੈਗਾ ਜੀ। ਆਈ ਹੈਵਨਟ ਹਰਡ ਐਨੀਥਿੰਗ ਕਿ ਕਾਰ ਲਾਇਸੈਂਸ ਵਾਲਿਆਂ ਨੂੰ ਕੋਈ ਲੈਟਰ ਆਈ ਹੈ। ਜਿਨ੍ਹਾਂ ਦੇ CDL ਕੈਂਸਲ ਹੋਏ ਆ ਉਹਨਾਂ ਨੂੰ ਤੁਸੀਂ ਕਹਿ ਰਹੇ ਆ ਉਹਨਾਂ ਦੇ ਲਈ ਆਇਆ ਜਾਂ ਡਿਫਰੈਂਟ ਵੱਖਰਾ ਹੈ ਕੋਈ? ਉਹਦੇ ਕੋਲੇ CDL ਹੈ ਹੀ ਨਹੀਂ ਸੀਗਾ ਜੀ। ਉਹਨੇ ਹਲੇ ਬੱਚੇ ਨੇ, ਕਿਉਂਕਿ ਉਦੋਂ ਜਦੋਂ ਤੇ ਉਹਨੂੰ ਵਰਕ ਪਰਮਿਟ ਮਿਲਿਆ ਸੀ ਉਦੋਂ ਤੇ ਉਹਨੇ ਕਾਰ ਦਾ ਹੀ ਲਾਇਸੈਂਸ ਲਿਆ ਸੀ ਕੁਝ ਮਹੀਨੇ ਪਹਿਲਾਂ, ਪਰ ਉਹਨੂੰ ਕੱਲ ਲੈਟਰ ਆ ਗਈ ਕਿ ਤੇਰੀ ਜਿਹੜਾ ਤੂੰ ਆ ਕੇ ਤੇਰਾ ਜਿਹੜਾ ਰਿਟਨ ਟੈਸਟ ਆ ਉਹ ਦੁਬਾਰਾ ਦੇਣਾ ਪੈਣਾ ਵਾ, ਨਹੀਂ ਤੇਰਾ 30 ਦਿਨਾਂ ਦੇ ਵਿੱਚ ਜਿਹੜਾ ਲਾਇਸੈਂਸ ਆ ਉਹ ਕੈਂਸਲ ਹੈਗਾ ਜੀ। ਕੀ ਉਹਨੇ AB 60 ਅੰਡਰ ਲਿਆ ਸੀਗਾ? ਵਰਕ ਪਰਮਿਟ ਆ ਜੀ। ਹੁਣ ਇਹ ਤੁਸੀਂ ਦੇਖ ਲਓ ਵੀ ਆਮ ਜਿਵੇਂ ਆਪਣੇ ਬੱਚੇ ਆਉਂਦੇ ਆ ਬਾਰਡਰ ਕ੍ਰਾਸ ਕਰਕੇ, ਸੇਮ ਉਸੇ ਸਿਚੁਏਸ਼ਨ 'ਚ ਆਇਆ ਹੋਇਆ ਜੀ। ਮੈਂ ਤਾਂ ਇਹ ਕਹੂੰਗਾ ਇੱਥੇ ਵੀ ਥੈਂਕ ਯੂ DMV, ਤੁਸੀਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰੀ ਜਾ ਰਹੇ ਹੋ। ਹੋਰ ਉੱਥੇ ਤੁਸੀਂ ਕੀ ਕਰਨਾ? ਕਿਸੇ ਨੂੰ ਉਹਨਾਂ ਦੇ ਕੁਛ ਨਹੀਂ ਪਤਾ ਲੱਗ ਰਿਹਾ ਵੀ ਲੋਕਾਂ ਦਾ ਧੂੰਆਂ ਕੱਢ ਕੇ ਰੱਖਿਆ ਪਿਆ ਇਹਨਾਂ ਨੇ। ਕਦੀ ਕੁਛ ਕਰ ਦਿੰਦੇ, ਕਦੀ ਕੁਛ ਕਰ ਦਿੰਦੇ। ਜਿਹਦਾ ਨਹੀਂ ਕੈਂਸਲ ਕਰਨਾ ਉਹਦਾ ਵੀ ਕਰ ਦਿੰਦੇ, ਜਿਹਦਾ ਕਰਨ ਵਾਲਾ ਉਹਨੂੰ ਕਹਿੰਦੇ ਵੀ ਚੱਲ ਚੱਕੀ ਚੱਲ ਵੱਟੇ। ਸੋ ਇਹਦਾ DMV ਦੇ ਸਿਰ ਹੀ ਸਿਹਰਾ ਜਾਊ ਮੈਨੂੰ ਲੱਗਦਾ। ਨਹੀਂ ਰਾਜਕਰਨ, ਹੋਰ ਵੀ ਗੱਲ ਹੈਗੀ ਆ। DMV ਨੇ ਕੱਲ ਅਨਾਉਂਸ ਕੀਤਾ ਹੈ, ਉਹਨਾਂ ਨੇ ਡਿਜੀਟਲ ID ਬਣਾਤੀ, ਡਿਜੀਟਲ ਲਾਇਸੈਂਸ ਬਣਾਤਾ। ਹੁਣ ਤੁਸੀਂ ਆਪਣੇ ਉਹ ਤਾਂ ਚਲੋ ਬਹੁਤ ਚਿਰ ਦਾ, ਮੇਰੇ ਕੋਲ ਕਈ ਮਹੀਨਿਆਂ ਦਾ ਮੇਰੇ ਕੋਲ MDL ਜਿਹੜਾ ਉਹਨਾਂ ਦੀ ਜਿਹੜੀ ਐਪ ਸੀਗੀ। ਨਹੀਂ, ਤਰੱਕੀ ਤਾਂ ਬਥੇਰੀ ਆ, ਆਈ ਮੀਨ ਹੁਣ ਨਹੀਂ ਪਤਾ ਵੀ ਸਾਡੇ ਜਦੋਂ ਕਿਸੇ CHP ਵਾਲੇ ਨੇ ਜਾਂ ਪੁਲਿਸ ਵਾਲੇ ਨੇ ਰੋਕਣਾ ਉਹਨੂੰ ਮੰਨਣਾ ਉਹਨਾਂ ਨੇ ਕਿ ਨਹੀਂ ਮੰਨਣਾ, ਉਹ ਵੱਖਰੀ ਗੱਲ ਆ। ਉਹ ਜਦੋਂ ਕੋਈ ਟੱਕਰਨਗੇ ਉਦੋਂ ਪਤਾ ਲੱਗੂਗਾ। ਰਾਜਕਰਨ ਸਿੰਘ ਜੀ, ਇੱਕ ਬੇਨਤੀ ਹੋਰ ਕਰ ਹਾਂਜੀ ਜ਼ਰੂਰ। ਮੈਂ ਨਾ ਜਿੰਨੇ ਵੀ ਸਾਡੇ CDL ਭਰਾ ਨੇ ਸੁਣ ਰਹੇ ਨੇ ਉਹ ਜ਼ਰੂਰ ਆਪਣੀ ਅਪਡੇਟ ਦੇਣ। ਮੈਂ ਮਹਿਸੂਸ ਕਰਨ ਲੱਗ ਗਿਆ ਜੀ ਵੀ ਪਿਛਲੇ ਕੁਝ ਸਮੇਂ ਤੋਂ, ਚਾਹੇ ਪਹਿਲਾਂ ਤਾਂ ਇਕੱਲੇ ਗੋਰੇ ਨਹੀਂ, ਮੈਕਸੀਕਨ ਲੋਕ ਵੀ ਕਾਫੀ ਹੇਠ ਵਧੀ ਆ। ਕਿਉਂਕਿ ਮੈਂ ਲੋਕਲ ਲੋਡ ਲਾ ਕੇ ਜਾ ਕੇ ਕਈ ਵਾਰ ਦਿੰਦਾ ਹੁੰਦਾ, ਮੈਂ ਮਹਿਸੂਸ ਕਰਦਾ ਵੀ ਜਿੱਥੇ ਅਸੀਂ ਪੱਕੇ ਲੋਡ ਵੀ ਲਾਉਂਦੇ ਆ ਨਾ, ਉੱਥੇ ਵੀ ਕਈ ਵਾਰ ਜਿਹੜੀ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਪਿਛਲੇ ਕੁਝ ਸਮੇਂ ਤੋਂ ਕਾਫੀ ਫਰਕ ਪਿਆ ਵਾ। ਉਹਦੇ ਵਾਸਤੇ ਮੈਂ ਸਾਡੇ ਭਾਈਚਾਰੇ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਆਪ ਨੂੰ ਪੂਰਾ ਡਿਸਪਲਿਨ 'ਚ ਰੱਖੋ। ਆਪਣੇ ਆਪ ਨੂੰ ਜਿਹੜੀਆਂ ਚੀਜ਼ਾਂ ਜਿੱਥੇ ਜੋ ਸਹੀ ਹੋਣਾ ਚਾਹੀਦਾ, ਜਿਹੜੀ ਹਮੇਸ਼ਾ ਵਾਰ-ਵਾਰ ਆਪਾਂ ਗੱਲਾਂ ਨਾ ਕਰੀਏ। ਸਭ ਨੂੰ ਪਤਾ, ਸਾਫ਼ ਸੁਥਰੇ ਕੱਪੜੇ ਪਾ ਕੇ ਜਾਓ। ਜਿੱਥੇ ਟਰੱਕ ਪਾਰਕ ਕਰਨਾ ਪਾਰਕ ਕਰੋ, ਜਿੱਥੇ ਨਹੀਂ ਕਰਨਾ ਉੱਥੇ ਨਾ ਕਰੋ। ਜਿੱਥੇ ਜਾ ਕੇ ਜਿਹੜੇ ਰੂਲਾਂ ਅਨੁਸਾਰ ਆਪਾਂ ਕਰੀਏ ਤਾਂ ਜੋ ਜਿਹੜੀ ਇਹ ਸਿਸਟਮ ਦੇ ਵਿੱਚ ਸਾਡੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਆਪਾਂ ਹੈਂਡਲ ਕਰ ਸਕੀਏ ਜੀ। ਕਾਮ ਰਹੋ, ਲੜਨ ਵਾਲੀ ਕੋਈ ਲੋੜ ਨਹੀਂ ਹੈਗੀ। ਇਹ ਚੀਜ਼ ਤਾਂ ਬਹੁਤ ਹੈ ਜੀ। ਕਈ ਵਾਰ ਦੇਖੋ ਗੱਲ ਇਹ ਦੋ ਕਾਰਨ ਆ। ਇੱਕ ਤਾਂ ਇਹ ਕਾਰਨ ਆ ਵੀ ਕਈ ਵਾਰ ਇਸ਼ੂ ਜਦੋਂ ਵੱਧ ਜਾਵੇ, ਜਿਵੇਂ ਹੁਣ ਪਰਸੋਂ ਮੇਰੇ ਨਾਲ ਹੋਇਆ ਜੀ। ਮੈਂ ਲੋਡ ਲਾਉਣ ਗਿਆ ਇੱਥੇ ਰਿਪਨ ਡਾਇਮੰਡ ਪੈਟ ਫੂਡ ਵਾਲੇ ਨੇ, ਤਕਰੀਬਨ 15 ਸਾਲ ਤੋਂ ਅਸੀਂ ਲੋਡ ਲਾਉਂਦੇ ਆ ਰਹੇ ਹਾਂ। ਕਈ ਵਾਰ ਡਰਾਈਵਰ ਵੀ ਚਲੇ ਜਾਂਦੇ, ਕਈ ਵਾਰ ਆਪ ਵੀ ਚਲੇ ਜਾਈਦਾ। ਉੱਥੇ ਹੁਣ ਮੈਨੂੰ ਮਤਲਬ ਉਹਨਾਂ ਦੀ ਜਿਹੜਾ ਵਿੰਡੋ ਟਾਈਮ ਆ ਉਹ 2 ਘੰਟਿਆਂ 'ਚ ਚਲੋ ਇਹਨਾਂ ਨੇ ਖਾਲੀ ਕਰਕੇ ਦੇਣਾ ਹੁੰਦਾ। ਆਮ 20-25 ਮਿੰਟ ਬਾਅਦ ਉਹ ਡੋਰ ਦੇ ਦਿੰਦੇ। ਜਦੋਂ ਮੈਂ ਉਹਨੂੰ ਪੇਪਰ ਫੜਾ ਕੇ ਆਇਆ, ਮੈਨੂੰ ਉਦੋਂ ਹੀ ਉਹਦਾ ਜਿਹੜਾ ਬਿਹੇਵ ਸੀਗਾ ਉਹ ਠੀਕ ਨਹੀਂ ਲੱਗਿਆ। ਮੈਨੂੰ ਲੱਗਿਆ ਵੀ ਐਵੇਂ ਹੀ ਇਹਨੇ ਉਹ ਕੀਤਾ। ਚਲੋ ਮੈਂ 1 ਘੰਟਾ 15 ਮਿੰਟ ਉਡੀਕਣ ਤੋਂ ਬਾਅਦ ਜਾ ਕੇ, ਕਿਉਂਕਿ ਨਵਾਂ ਲੋਡ ਬੁੱਕ ਕੀਤਾ ਹੁੰਦਾ, ਸਲੀਨਸ ਨੂੰ ਜਾਣਾ ਸੀ ਚੱਕਣ, ਮੈਂ ਵਿੰਡੋ ਤੇ ਜਾ ਕੇ ਪੁੱਛਿਆ। ਉਹ ਬੰਦੇ ਨੇ ਮੈਨੂੰ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਮੈਂ ਕਿਹਾ ਵੀ ਚਲੋ ਕੋਈ ਨਹੀਂ, ਮੈਂ ਸਮਝ ਗਿਆ ਸੀ ਵੀ ਇਹ ਕੀ ਕਰਦਾ। ਸੈਕਿੰਡ ਮੈਂ ਫਿਰ 20 ਮਿੰਟ ਬਾਅਦ ਗਿਆ ਤਾਂ ਉੱਥੇ ਨਵਾਂ ਬੰਦਾ ਆ ਚੁੱਕਿਆ ਸੀ। ਉਹ ਮੈਨੂੰ ਕਹਿੰਦਾ ਵੀ ਮੈਂ ਇਹਨੂੰ ਸੀਲ ਲਾ ਦੇਵਾਂ, ਜਿਹੜਾ ਮੈਂ ਲੋਡ ਲੱਦਿਆ ਮੈਂ ਤੈਨੂੰ ਆ ਕੇ ਗੱਲ ਕਰਦਾ। ਮੈਂ ਸਟੋਰੀ ਤਾਂ ਸੁਣਾਉਣ ਲੱਗਿਆ ਵੀ ਕਈ ਵਾਰ ਆਰਗੂਮੈਂਟ ਕਰਨਾ ਪੈਂਦਾ। ਹਾਂਜੀ। ਉਹ ਮੈਨੂੰ ਬੰਦਾ ਆ ਕੇ ਜਦੋਂ ਜਿਹੜਾ ਸੀਲ ਲਾ ਕੇ ਆਇਆ ਸੀ, ਉਹਨੇ ਆ ਕੇ ਮੈਨੂੰ ਪੁੱਛਿਆ, ਕਹਿੰਦਾ ਵੀ ਪੇਪਰ ਵਰਕ ਕਿੱਥੇ ਤੇਰਾ? ਮੈਂ ਕਿਹਾ ਪੇਪਰ ਵਰਕ ਤਾਂ ਮੈਂ ਉਹਨੂੰ ਦੂਜੇ ਬੰਦੇ ਨੂੰ ਫੜਾਤਾ ਸੀ, ਉਹਨੇ ਉਹ ਪਿੱਛੇ ਰੱਖਿਆ। ਉਹਨੇ ਉਹ ਪੇਪਰ ਚੱਕ ਲਏ। ਜਦੋਂ ਉਹਨੇ ਪੇਪਰ ਚੱਕੇ, ਜਿਹਨੂੰ ਮੈਂ ਫੜਾਇਆ ਸੀ ਪਹਿਲੇ ਬੰਦੇ ਨੂੰ, ਉਹ ਮੇਰੇ ਨਾਲ ਬੜਾ ਔਖਾ ਹੋ ਗਿਆ। ਪਹਿਲਾਂ ਤੈਨੂੰ ਇੱਕ ਵਾਰੀ ਕਹਿੰਦਾ ਟਰੱਕ 'ਚ ਵੇਟ ਕਰ, ਤੂੰ ਕਹਿੰਦਾ ਕਿਵੇਂ ਆ ਗਿਆ? ਮੈਂ ਕਿਹਾ ਮੈਂ ਤੈਨੂੰ ਪੁੱਛਿਆ। ਮੈਨੂੰ ਉਹਨੇ ਨੂੰ ਵਿੰਡੋ ਤੇ ਆ ਕੇ ਮੇਰਾ ਹੱਕ ਆ, ਮੇਰਾ ਰਾਈਟਸ ਆ, ਮੇਰਾ ਬ੍ਰੋਕਰ ਪੁੱਛ ਰਿਹਾ ਕਿੰਨੇ ਵਜੇ ਖਾਲੀ ਹੋਏਗਾ, ਮੈਂ ਉਹਨੂੰ ਅਪਡੇਟ ਦੇਣੀ ਆ। ਮੈਂ ਇੱਕ ਘੰਟਾ, ਮੈਨੂੰ ਇਸ ਟਾਈਮ 40 ਮਿੰਟ ਹੋ ਚੁੱਕੇ ਨੇ, ਤੂੰ ਮੈਨੂੰ ਡੋਰ ਨਹੀਂ ਦੇ ਰਿਹਾ ਤੇ ਤੂੰ ਦੱਸ ਰੀਜ਼ਨ ਦੇ ਮੈਨੂੰ। ਤੂੰ ਪੇਪਰ ਤੱਕ ਨਹੀਂ ਉੱਥੇ ਦੱਸੇ।
ਤੇ ਚਲੋ ਮੈਂ ਗੱਲ ਕਹਿਣ ਤੋਂ ਭਾਵ ਕੀ ਹੈ ਕਿ ਉੱਥੇ ਉੱਚੀ ਬੋਲਿਆ, ਫਿਰ ਮੈਂ ਵੀ ਉਸੇ ਉੱਚੀ ਆਵਾਜ਼ 'ਚ ਉਹਦੇ ਨਾਲ ਗੱਲਬਾਤ ਕੀਤੀ ਹੈ ਨਾ, ਕਿਉਂਕਿ ਕਈ ਵਾਰ ਸਾਡੇ ਭਾਈਚਾਰੇ ਨੂੰ ਇੰਗਲਿਸ਼ ਦੀ ਪ੍ਰੋਬਲਮ ਜ਼ਿਆਦਾ ਵਾ ਤੇ ਉੱਥੇ ਫਿਰ ਚੁੱਪ ਕਰਦੇ ਆ ਤਾਂ ਜ਼ਿਆਦਾ ਵਾ। ਫਿਰ ਜੀ ਉਹ ਰੇਲ ਬਣਾਈ, ਮੈਂ ਕਿਹਾ ਵੀ ਆ ਜਾ ਤੂੰ ਸਿੱਧਾ ਹੋ ਲਾ। ਹੁਣ ਉੱਥੇ ਮੈਨੂੰ ਹੀ ਸਮਝਦਾ ਵੀ ਮੈਨੂੰ ਉੱਥੇ ਰੁਕਣਾ ਜਾਂ ਚੁੱਪ ਕਰਨਾ ਬਣਦਾ, ਕਿਉਂਕਿ ਮੇਰੇ ਰਾਈਟਸ ਨੇ, ਮੈਨੂੰ ਪਤਾ ਵਾ। ਤੇ ਜਦ ਨੂੰ ਉਹਨਾਂ ਨੇ ਕੀਤਾ ਜੀ, ਰਿਸੀਵਰ ਨੂੰ ਬੁਲਾ ਲਿਆ। ਕੁਦਰਤੀ ਜਿਹੜਾ ਰਿਸੀਵਰ ਆਇਆ, ਲੋਡਿੰਗ ਤੇ ਅਨਲੋਡਿੰਗ ਵਾਲੇ ਵੱਖਰੇ ਬੰਦੇ ਆ, ਉਹ ਆ ਕੇ ਮੈਨੂੰ ਕਹਿੰਦਾ ਤੂੰ ਉਹਨਾਂ ਨਾਲ ਗੁੱਸੇ ਹੋਇਆ ਵਾ। ਤੇ ਉਹ ਵੀ ਉਹਨੇ ਇੰਗਲਿਸ਼ 'ਚ ਹੀ ਗੱਲ ਕਰੀ, ਹਿੰਦੂ ਸੀ, ਆਪਣਾ ਕੁਮਾਰ ਲਿਖਿਆ ਸੀ ਉਹਦੀ ਸ਼ਰਟ ਤੇ ਮੈਂ ਕਿਹਾ ਵੀ ਤੈਨੂੰ ਲੱਗਦਾ ਮੈਂ ਕੀਤੀ ਆ? ਮੈਂ ਆਹ ਗੱਲ ਹੋਈ ਆ। ਉਹ ਕਹਿੰਦਾ ਮੈਨੂੰ ਤਾਂ ਕਿਸੇ ਨੇ ਰਿਪੋਰਟ ਹੀ ਨਹੀਂ ਕੀਤੀ ਵੀ ਤੂੰ ਆ ਗਿਆ ਟਰੱਕ। ਮੈਂ ਕਿਹਾ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਉਹ ਬੰਦੇ ਦਾ ਬਿਹੇਵ ਹੀ ਏਦਾਂ ਸੀ। ਚਲੋ ਜੀ, ਗੱਲ ਪਹਿਲਾਂ ਤਾਂ ਉਹਦੀ ਸੁਰ ਵੀ ਥੋੜੀ ਜਿਹੀ ਉੱਚੀ ਸੀ, ਕਿਉਂਕਿ ਉਹਨੇ ਇੰਪਲਾਈਆਂ ਦੇ ਪੱਖ ਦਾ ਹੀ ਰਹਿਣਾ ਸੀ। ਜਦੋਂ ਮੈਂ ਸਾਰੀ ਗੱਲ ਕਲੀਅਰ ਕੀਤੀ, ਮੈਂ ਸਟੈਂਡ ਤੇ ਪਰ ਰਿਹਾ ਕੂਲ, ਬੜੇ ਨਿਮਰਤਾ ਨਾਲ ਮੈਂ ਉਹਨਾਂ ਨਾਲ, ਮਤਲਬ ਉੱਚੀ ਆਵਾਜ਼ 'ਚ ਕਈ ਵਾਰ ਜਾਣਾ ਪਿਆ, ਪਰ ਗੱਲ ਮੇਰੇ ਸ਼ਬਦਾਂ ਤੇ ਪਕੜ ਸੀ ਮੇਰੀ। ਫਿਰ ਹੋਇਆ ਕਿ ਵੀ ਜਿਹੜੀ ਉਸ ਬੰਦੇ ਨੇ ਜਦੋਂ ਗੱਲ ਕੀਤੀ ਤੇ ਉਹਨੇ ਪੇਪਰਾਂ ਤੇ ਮੈਨੂੰ ਕਹਿੰਦਾ ਟਾਈਮ ਲਿਖਾ। ਮੇਰੇ ਹੁਣ ਉੱਥੇ ਨਾ ਜਦੋਂ ਜੇ ਕਿਸੇ ਨੇ ਲਾਇਆ ਹੋਵੇ, ਉਹਨਾਂ ਦੇ ਸਕੇਲ ਕਰਨੀ ਪੈਂਦੀ ਆ ਤੇ ਸਕੇਲ ਦੇ ਉੱਤੇ ਟਾਈਮ ਪੰਚ ਹੁੰਦਾ ਵਾ, ਤੇ ਮੇਰਾ 8:55 ਦਾ ਟਾਈਮ ਪੰਚ ਹੋਇਆ ਸੀ। 9 ਵਜੇ ਦਾ ਮੇਰਾ ਸਕੈਜੂਲ ਸੀ ਤੇ ਮੈਨੂੰ 10:40 ਤੇ ਮੇਰੀ ਉਹਨਾਂ ਨਾਲ ਆਰਗੂਮੈਂਟ ਹੋ ਰਹੀ ਸੀ। ਮੈਂ ਕਿਹਾ ਵੀ ਟਾਈਮ ਦੇਖ, ਕਹਿੰਦਾ ਤੈਨੂੰ ਪਤਾ ਤੇਰੇ ਕੋਲ 2 ਘੰਟੇ ਆ। ਮੈਂ ਕਿਹਾ ਹਾਂ, ਮੈਨੂੰ 20 ਮਿੰਟਾਂ 'ਚ ਲਾ ਦੇਂਗਾ ਕਰ ਖਾਲੀ। ਮੈਨੂੰ ਕਹਿੰਦਾ ਜੀ, ਉਹ ਕਹਿੰਦੇ ਆ ਵੀ ਅਸੀਂ ਕੈਮਰੇ ਚੈੱਕ ਕਰਿਆ, ਤੂੰ ਤਾਂ ਆਇਆ ਹੀ ਹੁਣੇ ਆ। ਫਿਰ ਮੈਨੂੰ ਹੋਰ ਥੋੜਾ ਜਿਹਾ ਹੋ ਗਿਆ ਵੀ ਹੁਣ ਤਾਂ ਸਟੈਂਡ ਲੈਣਾ ਬਣਦਾ ਹੀ ਆ, ਵੀ ਬੰਦਾ ਝੂਠ ਬੋਲਦਾ। ਮੈਂ ਕਿਹਾ ਚੱਲ, ਮੈਂ ਚਲਿਆ ਗਿਆ ਵਿੰਡੋ ਤੇ ਦੁਆਰੇ। ਮੈਂ ਕਿਹਾ ਮੈਨੇਜਰ ਬੁਲਾਓ। ਫਿਰ ਉਹ ਭੱਜ ਗਿਆ, ਬੰਦਾ ਲੱਭੇ ਨਾ। ਫਿਰ ਉਹਨਾਂ ਨੇ ਮੈਨੇਜਰ ਬੁਲਾਇਆ ਨਹੀਂ, ਪਰ ਮੈਂ ਉਹਨੂੰ ਕਿਹਾ ਵੀ ਉਹ ਫਿਰ ਕਹਿੰਦਾ ਕਿ ਤੇਰਾ ਤਾਂ ਟਾਈਮ ਪੇਪਰ ਸ਼ੀਟ ਦਿਖਾ। ਮੈਂ ਕਿਹਾ ਲੈ, ਮੈਂ ਉਹਨਾਂ ਨੂੰ ਦਿਖਾਉਣੀ ਆ। ਉਹਨਾਂ ਨੇ ਜੀ ਸ਼ੀਟ ਸਿੱਟਤੀ, ਕਹਿੰਦਾ ਟਰੈਸ਼ 'ਚ ਸਿੱਟਤੀ। ਮੈਂ ਕਿਹਾ ਕਿਹੜੇ ਟਰੈਸ਼ 'ਚ ਸਿੱਟੀ ਆ? ਲਿਆ ਮੈਨੂੰ ਦਿਖਾ, ਮੈਂ ਚੱਕਦਾ ਜੇ ਤੈਨੂੰ ਚੱਕਣੀ ਔਖੀ ਲੱਗਦੀ ਆ। ਤੇ ਰਾਈਟ ਵੇ ਮੇਰੇ ਦਿਮਾਗ 'ਚ ਆ ਗਿਆ, ਮੈਂ ਫੋਨ ਕੱਢ ਲਿਆ। ਮੈਂ ਕਿਹਾ ਵੀ ਆ ਮੇਰੀ ਲੌਗ ਬੁੱਕ ਨਹੀਂ, FMCSA ਦੀ ਲੌਗ ਬੁੱਕ ਆ, ਮੈਂ ਤੇ ਟਾਈਮ ਚੇਂਜ ਨਹੀਂ ਕਰ ਸਕਦਾ। 8:55 ਦਾ ਮੇਰਾ ਇੱਥੇ ਔਨ ਡਿਊਟੀ ਪਈ ਹੋਈ ਆ, ਹਨਾ। ਸੋ ਕਈ ਵਾਰ ਇਹ ਵੀ ਹੈ ਕਿ ਤੁਹਾਨੂੰ ਆਰਗੂਮੈਂਟ ਫਿਰ ਉਹ ਬੰਦਿਆਂ ਦੀ ਰੇਲ ਬਣਾਉਣੀ ਪੈਂਦੀ ਆ। ਜੇ ਨਹੀਂ ਚੁੱਪ ਕਰਨ ਲੱਗ ਜਾਂਗੇ ਨਾ ਜੀ, ਉਹ ਸਿਰ 'ਚ ਗਲੀਆਂ ਕਰਨਗੇ। ਕਈ ਵਾਰ ਕਰਨਾ ਪੈਂਦਾ। ਹਾਂ, ਜਿੱਥੇ ਤੁਸੀਂ ਗਲਤ ਹੋ ਉੱਥੇ ਸੌਰੀ ਕਹਿਣ 'ਚ ਵੀ ਕੋਈ ਹਰਜ ਨਹੀਂ, ਇਹ ਮੇਰਾ ਮੰਨਣਾ ਵਾ ਜੀ। ਥੈਂਕ ਯੂ ਜੀ। ਕੀ ਹਾਂਜੀ, ਧੰਨਵਾਦ ਵੀਰ ਜੀ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਜੀ।